ਆਦ ਨਿਰੰਜਨ ਹੈ ਗੁਰ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰਲੋਕ ਸੁਣਿਓ, ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰਿਓ ਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ। ਆਦਿ ਕਰੋ ਗੁਰਦੇਵ ਕੋ ਬੰਦਨ, ਵਾਹਿਗੁਰੂ ਮੁਖ ਮਾਹੇ ਉਚਾਰੀ। ਦੋਇ ਕਰ ਜੋਰ ਕਰੋ ਚਰਣਾ ਪਰ, ਜਾਉ ਸਦਾ ਗੁਰ ਕੋ ਬਲਿਹਾਰੀ। ਕਾਨ ਸੁਨੈ ਉਪਮਾ ਗੁਰ ਕੀ, ਗੁਰਮੂਰਤਿ ਧਿਆਨ ਹਿਰਦੈ ਮਹਿ ਧਾਰੀ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਸੇਵਕ ਸਰਣ ਗਹੀ ਦਰਬਾਰੀ। ਡੰਡੌਤ ਬੰਧਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਨਾਸ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਮੂਕ ਉਚਰੈ ਸ਼ਾਸਤਰ ਖਾਟ, ਪਿੰਗ ਗਿਰਨ ਚੜ੍ਹ ਜਾਏ। ਆਂਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਸਤਨਾਮ ਸ਼੍ਰੀ ਵਾਹਿਗੁਰੂ ਜੀਓ। ਕਤਕ ਕਰਮ ਕਮਾਵਣੇ, ਦੋਸ ਨ ਕਾਹੂ ਜੋਗ। ਪਰਮੇਸ਼ਰ ਤੇ ਭੁੱਲਿਆ, ਵਿਆਪਨ ਸਭੇ ਰੋਗ। ਕਤਕ ਕਰਮ ਕਮਾਵਣੇ, ਦੋਸ ਨ ਕਾਹੂ ਜੋਗ। ਪਰਮੇਸ਼ਰ ਤੇ ਭੁੱਲਿਆ, ਵਿਆਪਨ ਸਭੇ ਰੋਗ। ਬੇਮੁਖ ਹੋਏ ਰਾਮ ਤੇ, ਲਗਨ ਜਨਮ ਬਜੋਗ। ਖਿਨ ਮਹਿ ਕੌੜੇ ਹੋਏ ਗਏ, ਜਿਤੜੇ ਮਾਇਆ ਭੋਗ। ਵਿੱਚ ਨਾ ਕੋਈ ਕਰ ਸਕੈ, ਕਿਸ ਥੈ ਰੋਵਹਿ ਰੋਜ। ਕੀਤਾ ਕਿਛੂ ਨ ਹੋਵਈ, ਲਿਖਿਆ ਧੁਰ ਸੰਜੋਗ। ਵਡਭਾਗੀ ਮੇਰਾ ਪ੍ਰਭ ਮਿਲੈ, ਤਾਂ ਉਤਰਹਿ ਸਭ ਬਿਯੋਗ। ਨਾਨਕ ਪ੍ਰਭ ਰਾਖ ਲੇਹਿ, ਮੇਰੇ ਸਾਹਿਬ ਬੰਦੀ ਮੋਚ। ਕਤਕ ਹੋਵੈ ਸਾਧ ਸੰਗ, ਬਿਨ ਸਹਿ ਸਭੇ ਸੋਚ। ਕਤਕ ਹੋਵੈ ਸਾਧ ਸੰਗ, ਬਿਨ ਸਹਿ ਸਭੇ ਸੋਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਵਛਲ ਕਰਣਾ ਨਿਧਾਨ, ਦੀਨਾ ਬੰਧੂ ਪਤਿਤ ਪਾਵਨ। ਜਗਤ ਗੁਰੂ ਨਿਰੰਜਨੀ ਜੋਤ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਜੀ ਨੇ ਮਹਾਨ ਕਿਰਪਾਲਤਾ ਕੀਤੀ ਹੈ। ਪਿਛਲਾ ਜੋ ਅੱਸੂ ਦਾ ਮਹੀਨਾ ਸੀ, ਉਹ ਸਤਿਗੁਰੂ ਜੀ ਦੀ ਕਿਰਪਾ ਨਾਲ ਸਾਰੀਆਂ ਸਿੱਖ ਸੰਗਤਾਂ ਲਈ ਬੜਾ ਸੁਹਾਵਣਾ ਸੁਖਦਾਈ ਬਤੀਤ ਹੋਇਆ ਹੈ। ਅੱਜ ਜੋ ਕੱਤਕ ਦਾ ਮਹੀਨਾ ਆਰੰਭ ਹੋ ਰਿਹਾ ਹੈ, ਸਾਰੀਆਂ ਸੰਗਤਾਂ ਸਤਿਗੁਰੂ ਜੀ ਦੇ ਪਾਵਨ ਚਰਨਾਂ ਵਿੱਚ ਦਰਸ਼ਨੀ ਭੇਟਾ ਚੜ੍ਹਾ ਕਰਕੇ ਨਮਸਕਾਰ ਕਰਦਿਆਂ ਹੋਇਆਂ ਆਪੋ ਆਪਣੇ ਸਥਾਨਾਂ 'ਤੇ ਸੱਜ ਕੇ ਬੜੇ ਪਿਆਰ ਸਤਿਕਾਰ ਸਹਿਤ ਮਹੀਨੇ ਦਾ ਪਾਠ ਔਰ ਵਿਚਾਰ ਸਰਵਣ ਕਰਨ ਵਾਸਤੇ ਸਤਿਗੁਰੂ ਜੀ ਨੂੰ ਸਾਖੀ ਜਾਣ ਕੇ ਮਹਾਰਾਜ ਦੇ ਚਰਨਾਂ ਵਿੱਚ ਧਿਆਨ ਸਥਿਤ ਹੋ ਕੇ ਹਾਜ਼ਰੀ ਭਰ ਰਹੇ ਹੋ। ਸਾਰੀਆਂ ਸੰਗਤਾਂ ਭਾਈ ਮਹੀਨੇ ਦੀ ਵਿਚਾਰ ਸਰਵਣ ਕਰਨ ਲਈ 12 ਮਾਹਾਂ ਵਿੱਚੋਂ
ਕਾਤਕ ਦੇ ਮਹੀਨੇ ਦੀ ਆਪ ਕਥਾ ਵਿਚਾਰ ਸਰਵਣ ਕਰੋਗੇ। ਇਕਾਗਰਤਾ ਸਹਿਤ ਰਸਨਾ ਦੀ ਪਵਿੱਤਰਤਾ ਲਈ ਗੱਜ ਵੱਜ ਕੇ ਬੋਲੋ ਸਤਿਨਾਮ ਸ਼੍ਰੀ ਵਾਹਿਗੁਰੂ। ਕਾਤਕ ਕਰਮ ਕਮਾਵਣੇ ਦੋਸ ਨ ਕਾਹੂ ਜੋਗ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾ ਰਹੇ ਹੈ ਕਿ ਇਹ ਜੋ ਕੱਤਕ ਦਾ ਮਹੀਨਾ ਹੈ, ਜਿਹੋ ਜਿਹਾ ਜੀਵ ਕਰਮ ਕਮਾਉਂਦੇ ਹਨ ਉਹੋ ਜਿਹਾ ਫਲ ਭੋਗਣਾ ਪੈਂਦਾ ਹੈ। ਪੂਰਬ ਲੋਕ ਕ੍ਰਿਤ ਕਰਮ ਨਾ ਮਿਟੈਰੀ, ਦੁਕਰਤ ਸੁਕਰਤ ਥਾਰੋ ਕਰਮਰੀ। ਅਵਸ਼ਵੇ ਭੋਗਤਵਯੰ ਜਿਤੰ ਕਰਮ ਸ਼ੁਭੰ ਸ਼ੁਭਾ। ਸ਼ੁਭ ਸ਼ੁਭ ਜਿਹੋ ਜਿਹਾ ਕਰਮ ਹੈ ਉਹ ਵਸ਼ਮੇਵ ਭੋਗਣੇ ਪੈਂਦੇ ਆ। ਭੋਗੇ ਬਿਨ ਭਾਗੇ ਨਹੀਂ, ਕਰਮ ਗਤੀ ਬਲਵਾਨ ਹੈ। ਪਰ ਇਹਦਾ ਮਹਾਰਾਜ ਦੀ ਸ਼ਰਨ ਲਵੇ, ਗੁਰੂ ਮਹਾਰਾਜ ਬਖਸ਼ਿਸ਼ ਕਰਨ, ਨਹੀਂ ਕਰਮ ਜਿਹੜੇ ਆਪਣਾ ਫਲ ਜ਼ਰੂਰ ਦਿੰਦੇ ਆ। ਕਾਤਕ ਦੇ ਮਹੀਨੇ ਦੀ ਵਿਚਾਰਧਾਰਾ ਦੱਸਦੇ ਆ ਕਿ ਕਰਮਾਂ ਦਾ ਇਹ ਫਲ, ਜਿਹੋ ਜਿਹਾ ਕਰਮ ਕਮਾਉਂਦਾ ਉਹੋ ਜਿਹਾ ਫਲ ਭੋਗਣਾ ਪੈਂਦਾ ਹੈ। ਉਹੀ ਫਲ ਲਈਦਾ, ਪ੍ਰਾਪਤ ਕਰੀਦਾ ਹੈ। ਦੋਸ ਨਾ ਕਾਹੂ ਜੋਗ, ਕਿਸੇ ਨੂੰ ਦੋਸ਼ ਦੇਣਾ ਯੋਗ ਨਹੀਂ। ਦਾਦਾ ਦੋਸ ਨਾ ਦਿਓ ਕਿਸੈ, ਦੋਸ ਕਰਮਾਂ ਆਪਣਿਆਂ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਵਰਜਨਾ। ਬੰਦੇ ਦੀ ਫਿਤਰਤ ਹੈ, ਕਰਮੀ ਦਾ ਆਪਣਾ ਹੁੰਦਾ, ਇਹ ਹਮੇਸ਼ਾ ਦੂਸਰੇ ਨੂੰ ਦੋਸ਼ੀ ਠਹਿਰਾਉਂਦਾ। ਜਿਵੇਂ ਕੂਕਰ ਵੱਲ ਕੋਈ ਚੀਜ਼ ਸੁੱਟੀਏ, ਉਹਨੂੰ ਖਾਣ ਪੈਂਦਾ। ਸ਼ੇਰ ਵੱਲ ਸੁੱਟੋ, ਉਹ ਚੀਜ਼ ਸੁੱਟਣ ਵਾਲੇ ਵੱਲ ਜਾਂਦਾ। ਇਸ ਤਰ੍ਹਾਂ ਦੋਸ਼ੀ ਅਸੀਂ ਹਾਂ। ਜਿਹੋ ਜਿਹਾ ਸਾਡੇ ਕਰਮ ਹੈ ਉਹੋ ਜਿਹਾ ਸਾਨੂੰ ਫਲ ਭੋਗਣਾ ਪੈਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿਸੇ ਨੂੰ ਦੋਸ਼ ਦੇਣਾ ਯੋਗ ਨਹੀਂ। ਕਈ ਪਰਮੇਸ਼ਰ ਨੂੰ ਉਲਾਮਾ ਦੇਣਗੇ, ਰੱਬ ਨੇ ਸਾਡੇ ਨਾਲ ਇਉਂ ਕੀਤੀ। ਰੱਬ ਕੋਈ ਦਵੈਸ਼ੀ ਨਹੀਂ ਹੈ, ਉਹ ਤਾਂ ਸਮਦਰਸ਼ੀ ਹੈ। ਉਹਦੇ ਸੂਰਜ ਦਾ ਪ੍ਰਕਾਸ਼ ਸਾਰਿਆਂ ਨੂੰ ਇਕਸਾਰ ਹੈ। ਆਕਾਸ਼ ਦਾ ਚੰਦੋਆ ਸਾਰਿਆਂ 'ਤੇ ਇਕਸਾਰ ਹੈ। ਹਵਾ ਸਾਰਿਆਂ ਨੂੰ ਜੀਵਨ ਦੇ ਰਹੀ, ਪਾਣੀ ਸਾਰਿਆਂ ਦੀ ਪਿਆਸ ਬੁਝਾ ਰਿਹਾ, ਧਰਤੀ ਸਾਰਿਆਂ ਨੂੰ ਖਾਣ ਪੀਣ ਪਹਿਨਣ ਦੇ ਧਾਤਾਂ ਪਤਾਤਾਂ, ਕਿੰਨੇ ਫਲ ਮੇਵੇ ਦਾਲਾਂ ਸਬਜ਼ੀਆਂ ਵਸਤਰਾਂ ਦਾ, ਕਿੰਨੇ ਪਦਾਰਥ ਧਰਤੀ ਵਿੱਚੋਂ ਪੈਦਾ ਹੁੰਦੇ, ਗਿਣੇ ਨਹੀਂ ਜਾਂਦੇ। ਸਮੁੰਦਰਾਂ ਵਿੱਚੋਂ ਕਿੰਨੇ ਰਤਨ ਮਿਲਦੇ ਹੈ, ਲੂਣ ਆਦਿਕ, ਜਿਹਦੇ ਬਿਨਾਂ ਕੋਈ ਦਾਲ ਸਬਜ਼ੀ ਸੁਆਦਲੀ ਨਹੀਂ ਬਣਦੀ। ਕਿੰਨੇ ਪਦਾਰਥ ਮਿਲਦੇ ਹੈ। ਰੱਬ ਨੇ ਕਿਸੇ ਨਾਲ ਦਵੈਸ਼ ਨਹੀਂ ਕੀਤੀ। ਸਾਡੇ ਆਪਣੇ ਕਰਮ ਹੈ, ਪਾਪਮਈ ਕਰਮ ਹੈ ਉਹ ਤੋਂ ਦੁੱਖ ਹੈ, ਪੁੰਨਮਈ ਕਰਮ ਸੁੱਖ ਹੈ। ਜੇ ਨਿਸ਼ਕਾਮ ਕਰਮ ਕਰਦੇ ਹਾਂ, ਹਿਰਦਾ ਸ਼ੁੱਧ ਹੁੰਦਾ, ਸਿਮਰਨ ਕਰਦੇ ਹਾਂ, ਉਹ ਪਰਮੇਸ਼ਰ ਦੀ ਪ੍ਰਾਪਤੀ ਦਾ ਸਾਧਨ ਬਣ ਜਾਂਦਾ ਹੈ। ਇਸ ਵਾਸਤੇ ਹਜ਼ੂਰ ਪਾਤਸ਼ਾਹ ਕਹਿੰਦੇ ਦੋਸ਼ ਦੇਣਾ ਕਿਸੇ ਨੂੰ ਯੋਗ ਨਹੀਂ ਹੈ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਕਹਿੰਦੇ ਰੋਗ ਕਦੋਂ ਵਿਆਪਦੇ ਆ? ਜਦੋਂ ਇਹ ਜੀਵ ਪਰਮੇਸ਼ਰ ਨੂੰ ਭੁੱਲ ਜਾਂਦੇ ਆ। ਜਦੋਂ ਮੌਤ ਨੂੰ ਅਤੇ ਪਰਮਾਤਮਾ ਨੂੰ ਭੁੱਲ ਜਾਂਦਾ, ਫਿਰ ਬੰਦਾ ਮਾੜੇ ਕਰਮ ਕਰਦਾ। ਜੇ ਪਰਮੇਸ਼ਰ ਚੇਤੇ ਰਹੇਗਾ, ਮੌਤ ਚੇਤੇ ਰਹੇਗੀ। ਪਰਮੇਸ਼ਰ ਵਿਆਪਕ ਆ, ਮੌਤ ਦਾ ਡਰ ਹੋਏਗਾ, ਕਦੀ ਪਾਪ ਕਰਮ ਨਹੀਂ ਕਰੇਗਾ, ਫਿਰ ਉਹਨੂੰ ਕੋਈ ਦੁਖਦਾਈ ਜੀਵਨ ਬਤੀਤ ਹੀ ਨਹੀਂ ਕਰਨਾ ਪਏਗਾ। ਕਈ ਵਾਰੀ ਕਈ ਇਸ ਜਨਮ ਮਾੜਾ ਕਰਮ ਨਹੀਂ ਕਰਦੇ, ਉਹ ਪਿਛਲੇ ਜਨਮ ਦਾ ਮਾੜਾ ਕਰਮ ਹੁੰਦਾ ਸਾਡਾ ਹੀ ਹੈ। ਦੋਸ਼ ਦੇਣਾ ਯੋਗ ਨਹੀਂ ਹੈ। ਸੋ ਇਸ ਵਾਸਤੇ ਜਦੋਂ ਪਰਮੇਸ਼ਰ ਨੂੰ ਭੁੱਲ ਜਾਂਦਾ, ਕਈ ਤਰ੍ਹਾਂ ਦੇ ਰੋਗ ਜਿਹੜੇ ਹੈ ਇਹਨੂੰ ਫਿਰ ਆ ਕੇ ਲੱਗ ਜਾਂਦੇ, ਚਿੰਬੜ ਜਾਂਦੇ ਆ, ਉਹ ਆ ਕੇ ਵਿਆਪਦੇ ਵਾਪਰਦੇ ਆ।
ਇਸੇ ਵਾਸਤੇ ਮਹਾਂਪੁਰਖ ਵਾਰ-ਵਾਰ ਗ੍ਰੰਥ ਪੰਥ ਸੰਤ ਚੇਤਾਵਨੀ ਦਿੰਦੇ ਆ ਕਿ ਪਰਮੇਸ਼ਰ ਨੂੰ ਭੁਲਾਓ ਨਾ, ਸਦਾ ਯਾਦ ਰੱਖੋ। ਇੱਕ ਰਾਜਾ ਸੀ, ਉਸਨੇ ਸੰਤਾਂ ਨੂੰ ਪ੍ਰਸ਼ਨ ਕਰਨਾ, ਜਿਹੜੇ ਪਦਾਰਥ ਅਸੀਂ ਖਾਂਦੇ ਉਹੀ ਤੁਸੀਂ ਖਾਂਦੇ ਆ। ਸਾਡੇ ਮਨ 'ਚੋਂ ਵਿਸ਼ੇ ਵਿਕਾਰ ਖਤਮ ਨਹੀਂ ਹੁੰਦੇ। ਤੁਸੀਂ ਸੰਤ ਜੀ ਆਪਣੇ ਮਨ ਨੂੰ ਵਿਕਾਰਾਂ ਵੱਲੋਂ ਕਿਵੇਂ ਕਾਬੂ ਰੱਖਦੇ ਆ? ਇਹੀ ਪ੍ਰਸ਼ਨ ਕਰਨਾ। ਸੰਤਾਂ ਨੇ ਕਹਿਣਾ ਉੱਤਰ ਦੇਵਾਂਗੇ। ਕੁਝ ਸਮੇਂ ਬਾਅਦ ਫੇਰ ਪ੍ਰਸ਼ਨ ਕੀਤਾ। ਸੰਤ ਕਹਿਣ ਲੱਗੇ ਦੱਸਾਂਗੇ। ਅੱਜ ਤੋਂ 8ਵੇਂ ਦਿਨ ਤੇਰੀ ਮੌਤ ਹੋ ਜਾਣੀ ਹੈ। ਤੂੰ ਹੁਣ ਭਜਨ ਬਾਣੀ ਜੋ ਕਰਨਾ ਕਰ ਲਾ, ਅੱਗੇ ਤਾਂ ਰਾਜਨੀਤੀ ਦੇ ਕੰਮਾਂ 'ਚ ਇਹ ਗਲਤਾਨ ਰਿਹਾ। ਹੁਣ ਰਾਜਾ ਅੰਦਰ ਵੜ ਗਿਆ, ਨਾ ਖਾਣ ਨੂੰ ਚਿੱਤ ਕਰੇ, ਨਾ ਪਹਿਨਣ ਨੂੰ, ਨਾ ਦੁਨਿਆਵੀ ਸੁੱਖਾਂ ਵੱਲ, ਭੋਗਾਂ ਵਿਲਾਸਾਂ ਵੱਲ, ਰਾਜਨੀਤੀ ਦੇ ਕੰਮਾਂ ਵੱਲ ਉਪਰਾਮ ਹੋ ਕੇ ਬੈਠਾ ਵੀ ਹੁਣ ਤਾਂ ਮੈਂ ਮਰ ਜਾਣਾ, ਹਰ ਵੇਲੇ ਮੌਤ ਹੀ ਮੌਤ ਨਜ਼ਰ ਆਵੇ। 8 ਦਿਨ ਗੁਜ਼ਰ ਗਏ, ਮਰਿਆ ਨਹੀਂ। ਸੰਤ ਆ ਗਏ, ਕਹਿਣ ਲੱਗੇ ਮਹਾਰਾਜ ਆਪ ਜੀ ਨੇ ਕਿਹਾ 8ਵੇਂ ਦਿਨ ਮਰ ਜਾਣਾ, ਵੀ 8ਵਾਂ ਦਿਨ ਤਾਂ ਬਤੀਤ ਹੋ ਗਿਆ। ਸੰਤ ਕਹਿਣ ਲੱਗੇ 8 ਦਿਨ ਮਰਿਆ ਰਿਹਾ ਕਿ ਨਹੀਂ? ਤੂੰ ਕਹਿੰਦਾ ਸੀ ਵੀ ਤੁਸੀਂ ਪਦਾਰਥ ਖਾਂਦੇ ਆ, ਮੈਂ ਵੀ ਉਹੀ ਖਾਂਦਾ। ਕਿ ਮੇਰੇ ਮਨ 'ਚ ਇਹ ਜਿਹੜੇ 5 ਦੂਤ 5 ਵਕਾਰ ਇਹਨ ਦੂਤਨ ਖਲਬਦ ਕਰ ਮਾਰਿਓ, ਵੱਡੋ ਨਲਾਜ ਅਜਹੂ ਨਹੀਂ ਹਾਰਿਓ। ਗੌਤਮ ਨਾਰੁਮਾ ਪਤ ਸੁਆਮੀ, ਸੀਸ ਧਰਨ ਸਹਿਸ ਭਗਗਾਮੀ। ਇਹ ਐਸੇ ਪਾਪੀ ਚੰਡਾਲ ਆ, ਛੁਟਕਾਰਾ ਨਹੀਂ ਹੁੰਦਾ। ਵੀ ਤੁਸੀਂ ਵੀ ਉਹੀ ਪਦਾਰਥ ਖਾਂਦੇ ਪੀਂਦੇ ਆ, ਇਹ ਕੀ ਗੱਲ? ਸੰਤ ਕਹਿਣ ਲੱਗੇ ਸਾਨੂੰ ਪਰਮਾਤਮਾ ਅਤੇ ਮੌਤ ਚੇਤੇ ਆ। ਹੁਣ ਤੈਨੂੰ 8 ਦਿਨ ਮੌਤ ਚੇਤੇ ਰਹੀ, 8 ਦਿਨ ਤੂੰ ਸਿਮਰਨ ਕਰਦਾ ਰਿਹਾ, ਤੇਰੇ ਮਨ 'ਚ ਕੋਈ ਉਪਦਰਵ ਕੋਈ ਵਿਕਾਰ ਫੁਰਿਆ? ਕਹਿੰਦੇ ਨਹੀਂ। ਕਹਿੰਦੇ ਇਹੀ ਤੇਰੇ ਪ੍ਰਸ਼ਨ ਦਾ ਉੱਤਰ ਦੇਣ ਲਈ ਅਸੀਂ ਇਹ ਗੱਲ ਕੀਤੀ ਸੀ ਕਿ ਜਿਹਨੂੰ ਪਰਮਾਤਮਾ ਚੇਤੇ ਹੈ, ਮੌਤ ਚੇਤੇ ਹੈ, ਉਹਦੇ ਮਨ 'ਚ ਕੋਈ ਬਦੀ ਵਿਕਾਰ ਨਹੀਂ ਪੈਦਾ ਹੁੰਦਾ। ਸਿਮਰਨ ਕਰਦਾ ਉਹਦਾ ਹਿਰਦਾ ਸ਼ੁੱਧ ਹੁੰਦਾ। ਜਿਹੜੇ ਉਹਨੂੰ ਭੁੱਲ ਜਾਂਦੇ ਆ ਅਤੇ ਆਪਣੇ ਆਪ ਨੂੰ ਕੁਛ ਮੰਨ ਕੇ ਬਹਿ ਜਾਂਦੇ ਆ, ਉਸੇ ਵੇਲੇ ਇਨਸਾਨ ਗਲਤੀ ਕਰਦਾ। ਜੇ ਬੱਚੇ ਮਾਂ ਪਿਓ ਦੀ ਆਗਿਆ 'ਚ ਰਹਿਣ, ਮਾਤਾ ਪਿਤਾ ਵੀ ਆਪਣਾ ਜੀਵਨ ਸ਼ੁੱਧ ਪਵਿੱਤਰ ਬਣਾਉਣ, ਗੁਰੂ ਵਾਲੇ ਬਣਨ, ਆਪ ਸਹੀ ਰਸਤੇ ਚੱਲਣ, ਬੱਚਿਆਂ ਨੂੰ ਵੀ ਸਹੀ ਉਪਦੇਸ਼ ਦੇਣ, ਉਹਨਾਂ ਦੀ ਆਗਿਆ 'ਚ ਬੱਚੇ ਬਹੁਤ ਸਾਰੇ ਐਬਾਂ ਤੋਂ ਹੀ ਬਚ ਜਾਂਦੇ ਆ। ਇਸ ਤਰ੍ਹਾਂ ਸਕੂਲਾਂ ਕਾਲਜਾਂ ਯੂਨੀਵਰਸਿਟੀ ਵਿਦਿਆਰਥੀ ਹੈ, ਟੀਚਰ ਵੀ ਆਪਣਾ ਜੀਵਨ ਪਵਿੱਤਰ ਸਵੱਛ ਬਣਾਉਣ, ਨਾਮ ਬਾਣੀ ਦੇ ਅਭਿਆਸੀ ਹੋਣ ਔਰ ਆਪਣੀ ਡਿਊਟੀ ਨੂੰ ਸਹੀ ਢੰਗ ਨਾਲ ਕਰਨ। ਵਿਦਿਆਰਥੀ ਵੀ ਉਸਤਾਦ ਦਾ ਸੇਵਾ ਸਤਿਕਾਰ ਆਗਿਆ ਦਾ ਪਾਲਣ ਕਰਨ ਅਤੇ ਵਿਦਿਆਰਥੀਆਂ 'ਚ ਵੀ ਕੋਈ ਐਬ ਵਕਾਰ ਪੈਦਾ ਨਹੀਂ ਹੋਵੇਗਾ। ਇਸ ਤਰ੍ਹਾਂ ਰਾਜਾ ਹੈ, ਉਹ ਆਪਣਾ ਕਰਤਾਰ ਸ਼ੁੱਧ ਰੱਖੇ, ਕਰੈਕਟਰ ਸ਼ੁੱਧ ਰੱਖੇ, ਪ੍ਰਜਾ ਨੂੰ ਪਰਮੇਸ਼ਰ ਦੀ ਸ੍ਰਿਸ਼ਟੀ ਜਾਣ ਕੇ ਵੀ ਮੇਰੀ ਡਿਊਟੀ ਇਹ ਲਾਈ, ਇਹ ਸੇਵਾ ਲਾਈ ਹੈ, ਪ੍ਰਜਾ ਦੇ ਹਿੱਤਾਂ ਦੀ ਰਾਖੀ ਕਰਨੀ, ਅੰਦਰੋਂ ਬਾਹਰੋਂ ਦੁਸ਼ਮਣਾਂ ਤੋਂ ਸਾਰਿਆਂ ਨੂੰ ਖਾਣ ਪੀਣ ਪਹਿਨਣ ਮਕਾਨ ਦਵਾਈ ਬੂਟੀ ਹਰ ਤਰ੍ਹਾਂ ਪ੍ਰੋਟੈਕਸ਼ਨ ਰੱਖਿਆ ਕਰਨੀ ਅਤੇ ਪ੍ਰਜਾ ਵੀ ਉਹਦਾ ਸਤਿਕਾਰ ਕਰੇ। ਅਤੇ ਫਿਰ ਕਿਸੇ ਤਰ੍ਹਾਂ ਦਾ ਕੋਈ ਉਪਦਰਵ ਕਲੇਸ਼ ਕੋਈ ਮੁਜ਼ਾਹਰਿਆਂ ਦੀ ਲੋੜ ਹੀ ਨਹੀਂ ਪੈਂਦੀ, ਉਹਨੂੰ ਬਾਡੀਗਾਰਡ ਦੀ ਲੋੜ ਨਹੀਂ ਪੈਂਦੀ ਮੈਂ ਆਪਣੀ ਰੱਖਿਆ ਲਈ ਬਾਡੀਗਾਰਡ ਰੱਖਾਂ। ਉਸੇ ਵੇਲੇ ਲੋੜ ਪੈਂਦੀ ਹੈ ਜਦੋਂ ਪ੍ਰਜਾ 'ਤੇ ਜ਼ੁਲਮ ਕਰਦਾ, ਪ੍ਰਜਾ ਬਾਗੀ ਹੁੰਦੀ ਹੈ, ਫਿਰ ਭੈ ਹੁੰਦਾ ਮੇਰੇ 'ਤੇ ਕੋਈ ਵਾਰ ਨਾ ਕਰੇ, ਹੁਣ ਹੋਇਆ ਐਸਾ ਦੁਖਾਂਤ ਨਾ ਵਾਪਰੇ। ਇਸ ਵਾਸਤੇ ਰੋਗ ਕਦੋਂ ਵਿਆਪਦੇ ਆ? ਜਦੋਂ ਪਰਮੇਸ਼ਰ ਤੋਂ ਭੁੱਲ ਕੇ ਹੰਕਾਰ ਵਿੱਚ ਆ ਕੇ ਬੰਦਾ ਤਕੱਬਰ ਕਰਦਾ, ਫਿਰ ਪਾਪੀ ਹੀ ਮਕਾਮ ਵਸਾਏ ਮਨ ਚੰਚਲ ਜਾਂਦੇ ਗਇਓ ਨਾ ਜਾਏ। ਹਜ਼ੂਰ ਪਾਤਸ਼ਾਹ ਕਹਿੰਦੇ ਸਦਾ ਮੌਤ ਨੂੰ ਚੇਤੇ ਰੱਖੋ, ਪਰਮਾਤਮਾ ਨੂੰ ਚੇਤੇ ਰੱਖੋ, ਫਿਰ ਤੁਸੀਂ ਕੁਦਰਤੀ ਬੁਰਾਈਆਂ ਤੋਂ, ਬੁਰੇ ਕੰਮਾਂ ਪਾਪ ਕਰਮਾਂ ਤੋਂ ਬਚ ਜਾਓਗੇ, ਰੋਗਾਂ ਤੋਂ ਵੀ ਬਚ ਜਾਓਗੇ। ਕਿਉਂਕਿ ਕੁਦਰਤ ਦੇ ਨਿਯਮਾਂ ਦੀ ਉਲੰਘਣਾ ਕਰਨਾ, ਪਾਪ ਕਰਮ ਤੋਂ ਔਰ ਕੁਪੱਥ ਕਰਨ ਤੋਂ, ਇਹ ਸਾਰੇ ਰੋਗ ਇੱਥੋਂ ਹੀ ਪੈਦਾ ਹੁੰਦੇ ਆ। ਜਿਹੜਾ ਵਿਚਾਰ ਵਿਵੇਕ ਵਿੱਚ ਸੰਜਮ ਵਿੱਚ ਚੱਲਦਾ, ਉਹ ਬਹੁਤ ਸਾਰੀਆਂ ਬਿਮਾਰੀਆਂ ਤੋਂ ਕੁਦਰਤੀ ਬਚਿਆ ਰਹਿੰਦਾ ਹੈ। ਡਾਕਟਰ ਵੀ ਦਵਾਈ ਦਿੰਦੇ ਹੈ, ਨਾਲ ਪੱਥ ਕੁਪੱਥ ਵੀ ਦੱਸਦੇ ਹੈ। ਭਾਵੇਂ ਕਿੰਨੀ ਕੀਮਤੀ ਦਵਾਈ ਹੋਏ, ਪੱਥ ਨਾ ਰੱਖਿਆ ਜਾਏ ਫਿਰ ਵੀ ਬਿਮਾਰੀ ਵੱਲੋਂ ਆਰਾਮ ਨਹੀਂ ਆਉਂਦਾ।
इस वास्ते ये जरूरी है। अंमृत छकते हैं तां भी कुरैत जिहड़ी कुपाथ्या रहत पाथ्या, उत्थे भी यही उपदेश मिलता है। परमेश्वर ते भुलिया, परमेश्वर नूं, परम ऐश्वर्य का जो मालक, ਉਹਨੂੰ ਜਦੋਂ ਭੁੱਲ ਜਾਂਦੇ ਹਾਂ। ਵੱਡੇ ਵਿਭੂਤੀ ਦਾ ਮਾਲਕ ਜੋ ਪਰਮੇਸ਼ਰ ਹੈ, ਖਟਕਲ ਭਗਾਂ ਸੁਪੰਨ ਜੋ ਪਰਮੇਸ਼ਰ ਭੁੱਲ ਜਾਂਦੇ ਹਾਂ। ਵਿਆਪਨ ਸਭੇ ਰੋਗ, ਸਰੀਰ ਕਰਕੇ ਵੀ, ਮਨ ਕਰਕੇ ਵੀ, ਬਾਣੀ ਕਰਕੇ ਕਈ ਤਰ੍ਹਾਂ ਦੇ ਰੋਗ ਆ ਕੇ ਜਿਹੜੇ ਚਿੰਬੜ ਜਾਂਦੇ। ਕਈ ਕੌੜਾ ਫਿੱਕਾ ਬੋਲ ਪੈਂਦੇ ਆ, ਤਨ ਮਨ ਕਹਿੰਦੇ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਬਾਅਦ 'ਚ ਭਾਵੇਂ ਪਛਤਾਉਣ, ਮਾਫੀ ਮੰਗਣ, ਪਰ ਉਹ ਬਰਸੀ ਹੋ ਜਾਂਦੀ ਹੈ। ਕਿਸੇ ਨੂੰ ਗਾਲੀ ਗਲੋਚ ਕਰੋ, ਉਹਦਾ ਪ੍ਰਭਾਵ ਵੀ ਗਲਤ ਹੁੰਦਾ। ਅਤੇ ਜੇ ਸਹੀ ਬਚਨ ਬੋਲਦੇ, ਬਾਣੀ ਦਾ ਦੋਸ਼ ਹੈ। ਕੌੜਾ ਬੋਲਣਾ, ਫਿੱਕਾ ਬੋਲਣਾ, ਮੰਦਾ ਬੋਲਣਾ, ਨਿੰਦਿਆ ਕਰਨੀ, ਝੂਠ ਬੋਲਣਾ, ਕਿਸੇ ਨੂੰ ਝੂਠੀ ਤੁਹਮਤ, ਦੋਸ਼ ਆਰੋਪਣ ਕਰਨੇ। ਇਸ ਤਰ੍ਹਾਂ ਸਰੀਰ ਹੈ, ਚੋਰੀ ਹੈ, ਜਾਰੀ ਹੈ, ਔਰ ਇਸੇ ਤਰ੍ਹਾਂ ਕੁਮਾਰਗ ਚੱਲ ਕੇ ਜਾਣਾ। ਇਸ ਤਰ੍ਹਾਂ ਮੰਨਦੇ ਹੈ ਕਿ ਨਫ਼ਰਤ ਕਰਨੀ, ਈਰਖਾ ਕਰਨੀ, ਘਿਰਣਾ ਕਰਨੀ, ਕਿਸੇ ਲਈ ਬੁਰਾ ਸੋਚਣਾ, ਇਹ ਮਾਨਸਿਕ ਦੋਸ਼ ਹੈ। ਇਹ ਜਦੋਂ ਪਰਮੇਸ਼ਰ ਨੂੰ ਭੁੱਲਦਾ, ਇਹ ਸਾਰੇ ਦੋਸ਼ ਇਹਦੇ 'ਚ ਪੈਦਾ ਹੁੰਦੇ। ਮਨ ਕਰਕੇ ਵੀ ਦੁਖੀ ਹੁੰਦਾ, ਤਨ ਕਰਕੇ, ਬਾਣੀ ਕਰਕੇ ਵੀ ਦੁਖੀ ਹੁੰਦਾ। ਵਿਆਪਨ ਸਭੇ ਰੋਗ, ਸਾਰੀ ਤਰ੍ਹਾਂ ਦੇ ਰੋਗ ਆ ਕੇ ਵਿਆਪਦੇ। ਆਦਿ ਵਿਆਧੀ ਉਪਾਧੀ ਰੂਪ, ਅਧਿਆਤਮਕ, ਆਦਿ ਭੌਤਿਕ, ਆਦਿ ਦੈਵਿਕ, ਇਹ ਸਾਰੇ ਰੋਗ ਵਿਆਪਦੇ ਹਨ। ਬੇਮੁਖ ਹੋਏ ਰਾਮ ਤੇ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਹਨ, ਜਿਹੜੇ ਮਨੁੱਖ, ਜਿਹੜੇ ਵਿਅਕਤੀ ਉਸ ਰਮੇ ਹੋਏ ਰਾਮ, ਰਮੰਤੀ ਰਾਮਾ ਪਰਮੇਸ਼ਰ ਵਾਹਿਗੁਰੂ ਤੋਂ ਬੇਮੁਖ ਹੋ ਜਾਂਦੇ ਆ, ਆਪਣੀ ਮਨ ਮਰਜ਼ੀ ਨਾਲ ਵਿਚਰਦੇ ਆ, ਸਿਧਾਂਤਾਂ ਦੀ, ਨਿਯਮਾਂ ਦੀ, ਅਸੂਲਾਂ ਦੀ ਪਾਲਣਾ ਨਹੀਂ ਕਰਦੇ। ਜਿਸ ਤਰ੍ਹਾਂ ਹੁਣ ਸੜਕ 'ਤੇ ਟ੍ਰੈਫਿਕ ਨਿਯਮ ਹੈ, ਲਾਈਟਾਂ ਲੱਗੀਆਂ, ਜੇ ਅਸੀਂ ਧੱਕੇ ਨਾਲ ਨਿਕਲਣਾ ਚਾਹਾਂਗੇ, ਲਾਲ ਰੰਗ ਦੀ ਬੱਤੀ ਹੈ, ਜੁਰਮਾਨਾ ਵੀ ਹੈ, ਐਕਸੀਡੈਂਟ ਵੀ ਹੈ। ਇਸ ਤਰ੍ਹਾਂ ਪਰਮੇਸ਼ਰ ਨੇ ਵੀ ਮਨੁੱਖ ਜੀਵਨ ਨੂੰ ਪਵਿੱਤਰ ਰੱਖਣ ਵਾਸਤੇ ਗ੍ਰੰਥ, ਗੁਰਬਾਣੀ, ਵੇਦ ਸ਼ਾਸਤਰ, ਯੁੱਗ ਯੁੱਗ ਦੇ ਵਿੱਚ ਮਹਾਂਪੁਰਖਾਂ ਨੇ ਧਰਮ ਸ਼ਾਸਤਰ ਨੇ ਰਚਨਾ ਕੀਤੀ ਹੈ। ਉਹ ਸਮਝੋ ਕਿ ਵਿਧਾਨ ਹੈ, ਇੱਕ ਨਿਯਮ ਦੱਸੇ ਇਨਸਾਨ ਨੂੰ, ਇਹਨਾਂ ਦੇ ਅਨੁਸਾਰ ਵਿਚਰਨਾ। ਜਿਵੇਂ ਸਰਕਾਰ ਦੇਸ਼ ਦਾ ਪ੍ਰਬੰਧ ਚਲਾਉਣ ਲਈ ਕੰਸਟੀਟਿਊਸ਼ਨ ਬਣਾਉਂਦੀ ਹੈ, ਇਸੇ ਤਰ੍ਹਾਂ ਪਰਮਾਰਥੀ ਤੌਰ 'ਤੇ ਵੀ ਗ੍ਰੰਥਾਂ ਵਿੱਚ ਇਹੀ ਹਦਾਇਤਾਂ ਹਨ। ਜੇ ਉਹਨਾਂ ਅਸੂਲਾਂ ਦਾ ਤਿਆਗ ਕਰਕੇ ਦੁਨਿਆਵੀ ਤੌਰ 'ਤੇ ਵਿਧਾਨ ਦੀ ਉਲੰਘਣਾ ਕਰਦੇ ਹੈ, ਸਰਕਾਰੀ ਸਜ਼ਾ ਹੈ। ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਹੈ, ਉੱਥੇ ਜੁਰਮਾਨੇ, ਦੰਡ ਹੈ। ਇਸੇ ਤਰ੍ਹਾਂ ਪਰਮਾਰਥੀ ਰਸਤੇ 'ਚ ਵੀ ਪਰਮੇਸ਼ਰ ਨੇ ਜਿਹਨੇ ਧਰਮ ਸ਼ਾਸਤਰ ਬਣਾਏ ਆ, ਇਹਨਾਂ ਦੇ ਵਿੱਚ ਵਿਧਾਨ ਨਿਯਮ ਬਣਾਏ ਆ। ਜੇ ਇਨਸਾਨ ਉਹਨਾਂ ਤੋਂ ਉਲਟ ਹੋ ਕੇ ਚੱਲਦਾ ਅਤੇ ਫਿਰ ਪਰਮੇਸ਼ਰ ਵੱਲੋਂ ਵੀ ਦੰਡ ਮਿਲਦਾ ਹੈ। ਪਾਤਸ਼ਾਹ ਕਹਿੰਦੇ ਹਨ, ਲਗਨ ਜਨਮ ਵਿਜੋਗ, ਹਜ਼ੂਰ ਪਾਤਸ਼ਾਹ ਜੀ ਸਮਝਾ ਰਹੇ ਆ ਕਿ ਉਹਨਾਂ ਵਿਅਕਤੀਆਂ ਨੂੰ ਜਨਮਾਂ ਜਨਮਾਂ ਦੇ ਵਿਛੋੜੇ ਦੇ ਰੋਗ ਲੱਗ ਜਾਂਦੇ। ਹੁਣ ਦੇਖੋ ਕਿੰਨਾ ਦੁੱਖ ਹੈ, ਬੱਚੇ ਮਾਸੂਮ ਹੋਣ, ਮਹਾਰਾਜ ਨਾ ਕਰੇ ਕਿਤੇ ਦੁਰਘਟਨਾ, ਮਾਤਾ ਪਿਤਾ ਦਾ ਵਿਯੋਗ ਹੋ ਜਾਏ। ਯਤੀਮ ਬਾਲਕਾਂ ਨੂੰ ਕਿੰਨਾ ਦੁੱਖ ਹੁੰਦਾ। ਭਾਵੇਂ ਯਤੀਮਖਾਨੇ ਖੁੱਲ੍ਹੇ ਹੈ, ਪਰ ਮਾਤਾ ਪਿਤਾ ਵਾਲਾ ਪਿਆਰ ਮਿਲਣਾ ਬੜਾ ਕਠਿਨ ਹੁੰਦਾ ਹੈ। ਇਸ ਲਈ ਹੈ, ਰੱਬ ਨਾ ਕਰੇ ਕਿਤੇ ਇਹੋ ਜਿਹੀ ਘਟਨਾ ਬਾਲ ਵਿਦਾ ਹੋਵੇ, ਉਹਦੇ ਵਾਸਤੇ ਕਿੰਨਾ ਜ਼ਿੰਮੇਵਾਰੀ, ਕਿੰਨਾ ਕਲੇਸ਼ ਹੁੰਦਾ। ਬਜ਼ੁਰਗ ਮਾਤਾ ਪਿਤਾ, ਨੌਜਵਾਨ ਪੁੱਤਰ ਵਿਛੋੜਾ ਦੇ ਜਾਏ, ਕਿੰਨਾ ਦੁੱਖ ਹੁੰਦਾ ਹੈ। ਮਿੱਤਰ ਮਿੱਤਰ ਨੂੰ ਹੁੰਦਾ ਹੈ, ਭਾਈ ਭਾਈ ਨੂੰ ਹੁੰਦਾ ਹੈ। ਇਸ ਤਰ੍ਹਾਂ ਗੁਰੂ ਚੇਲੇ ਦਾ ਹੁੰਦਾ। ਸੱਚੇ ਪਾਤਸ਼ਾਹ ਕਹਿੰਦੇ ਆ ਕਿ ਉਹਨਾਂ ਨੂੰ ਜਨਮ ਜਨਮਾਂਤਰਾਂ ਦੇ ਵਿਛੋੜੇ ਦੇ ਜਿਹੜੇ ਦੁੱਖ ਹੈਗੇ ਆ, ਵਿਯੋਗ ਨਾਮ ਵਿਛੋੜੇ ਦਾ, ਉਹ ਲੱਗ ਜਾਂਦੇ ਆ। ਇਸ ਤਰ੍ਹਾਂ ਇਨਸਾਨ ਚੰਗੇ ਕਰਮ ਨਹੀਂ ਕਰਦਾ, ਪਰਮੇਸ਼ਰ ਤੋਂ ਵਿਛੜਿਆ ਹੋਇਆ, ਨਦੀਆਂ ਬਾਹ ਵਿਛੁੰਨਿਆ ਮੇਲਾ ਸੰਜੋਗੀ ਰਾਮ, ਕਿੰਨੇ ਕਲੇਸ਼ ਭੋਗਣੇ ਪੈਂਦੇ ਹਨ। ਨਰਕਾਂ ਦੀਆਂ ਜੂਨੀਆਂ ਦੇ ਵਿੱਚ ਜਾਣਾ ਪੈਂਦਾ, ਕਿੰਨੇ ਨਰਕਾਂ ਦੇ ਕਲੇਸ਼ ਉਹ ਭੋਗਣੇ ਪੈਂਦੇ ਹਨ। ਔਰ ਜਿਨ੍ਹਾਂ ਪਦਾਰਥਾਂ ਨੂੰ ਹੱਸ ਹੱਸ ਖਾਂਦਾ, ਵਿਸ਼ੇ ਵਿਕਾਰ ਭੋਗਦਾ, ਜਿੱਲੇ ਲੇਖਾ ਦੇਣਾ ਪੈਂਦਾ, ਫਿਰ ਕਿੰਨਾ ਸੰਕਟ ਆਉਂਦਾ, ਦੁਖੀ ਹੁੰਦਾ, ਫਿਰ ਪਛਤਾਉਂਦਾ ਮੈਂ ਮਾੜੇ ਕਰਮ ਕਿਉਂ ਕਰਨੇ ਸੀ, ਮੈਂ ਸੰਗਤ 'ਚ ਨਾ ਗਿਆ, ਸੰਗਤ ਮਿਲੀ ਨਾ, ਸੰਗਤ ਮਿਲੀ ਸੀ ਅਤੇ ਪਰਵਾਹ ਨਹੀਂ ਕੀਤੀ, ਗੁਰੂ ਦਾ ਉਪਦੇਸ਼ ਮਿਲਿਆ ਸੀ, ਉਹ ਵੀ ਮੁੰਡਾ ਫੇਰ ਕੇ ਫਿਰਦਾ ਰਿਹਾ, ਪਰਵਾਹ ਨਹੀਂ ਕੀਤੀ, ਅਤੇ ਬਾਅਦ ਵਿੱਚ ਫਿਰ ਦੁੱਖ ਹੁੰਦਾ। ਪਹਿਲਾਂ ਤਾਂ ਕਹਿੰਦਾ ਹੈ ਚੰਦ
ਕਿ ਖਾਣਾ ਪੀਣਾ ਲਾਹੇ ਦਾ, ਬਾਕੀ ਨਾਦਰ ਚਾਹੇ ਦਾ। 4 ਦਿਨ ਦੀ ਚਾਂਦਨੀ ਫਿਰ ਅੰਧੇਰੀ ਰਾਤ। ਪਰ ਬਾਅਦ 'ਚ ਪਤਾ ਲੱਗਦਾ ਕਿੰਨੇ ਕਲੇਸ਼ ਭੋਗਣੇ ਪੈਂਦੇ। ਜਿਵੇਂ ਹੁਣ ਅਮਲੀ ਆਦਮੀ ਹੈ, ਥੋੜ੍ਹੇ ਦਿਨ ਸ਼ਰਾਬਾਂ ਕੁਆਬਾਂ ਜਾਂ ਹੋਰ ਨਸ਼ੇ ਹੈ ਉਹ ਖਾ ਪੀ ਲੈ, ਅਤੇ ਮਹੀਨੇ ਦੇ ਬਾਕੀ 28 29 ਦਿਨ ਵੀ ਹੈਗੇ ਆ। 2 ਦਿਨ ਤਾਂ ਮੌਜ ਮਾਣ ਲਈ ਹੋਟਲਾਂ 'ਚ ਖਾ ਲਿਆ, ਬਾਕੀ ਦਿਨ ਕਿਵੇਂ ਕਰੇਗਾ? ਬਹੁਤ ਔਖਾ ਹੋ ਜਾਏ। ਇਸ ਤਰ੍ਹਾਂ ਸਵਾਸਾਂ ਰੂਪੀ ਪੂੰਜੀ ਮਿਲੀ ਹੈ, ਇਹਨੂੰ ਵਿਅਰਥ ਗੁਆਵਾਂ ਔਖੇ ਹੋ ਜਾਵਾਂਗੇ। ਪਾਤਸ਼ਾਹ ਕਹਿੰਦੇ ਹਨ, ਖਿਨ ਮਹਿ ਕੌੜੇ ਹੋਏ ਗਏ। ਕਹਿੰਦੇ ਉਹ ਜਿਨ੍ਹਾਂ ਪਦਾਰਥਾਂ ਨੂੰ ਸਵਾਦ ਨਾਲ ਖਾਂਦਾ ਸੀ, ਸ਼ਰਾਬਾਂ ਪੀਤੀਆਂ ਔਰ ਜਾਨਵਰਾਂ ਮਾਸ ਖਾਧਾ, ਅਤੇ ਜੇ ਉਹਨਾਂ ਨੂੰ ਕੋਈ ਰੋਗ ਸੀ, ਉਹਨਾਂ ਦੇ ਪਰਮਾਣੂ ਬੰਦਿਆਂ ਦੇ ਪਰਮਾਣੂਆਂ ਨਾਲ ਕਿਵੇਂ ਰਲ ਸਕਦੇ? ਫਿਰ ਕੈਂਸਰ, ਰਸੌਲੀਆਂ, ਹਾਰਟ ਦੀਆਂ ਬਿਮਾਰੀਆਂ, ਸ਼ੂਗਰਾਂ, ਬਵਾਸੀਰਾਂ, ਹੋਰ ਕਈ ਤਰ੍ਹਾਂ ਦੇ ਏਡ ਆਦਿ ਭੈੜੇ ਰੋਗ ਜਿਹੜੇ ਹੈ ਲੱਗ ਜਾਂਦੇ ਹੈ, ਅਤੇ ਚਮੜੀ ਦੇ ਰੋਗ ਹੋ ਜਾਂਦੇ ਹੈ, ਕੋਹੜ ਤੱਕ ਹੋ ਜਾਂਦਾ। ਅਤੇ ਫਿਰ ਉਹ ਜਿਹੜੇ ਪਦਾਰਥ ਖਾਧੇ ਸੀ ਮੂੰਹ ਦੇ ਸਵਾਦ ਲਈ, ਉਹ ਸਾਰੇ ਕੌੜੇ ਹੋ ਜਾਂਦੇ ਹੈ। ਉਦੋਂ ਤਾਂ ਮਿੱਠੇ ਜਾਣ ਕੇ ਖਾਧੇ ਸੀ, ਬੇਸ਼ੇ ਵਿਕਾਰ ਭੋਗੇ ਸੀ ਮਿੱਠੇ ਜਾਣ ਕੇ, ਪਰਾਈਆਂ ਇੱਜ਼ਤਾਂ ਨੂੰ ਬਰਬਾਦ ਕਰਦਾ ਰਿਹਾ, ਆਪਣਾ ਜੀਵਨ ਬਰਬਾਦ ਕਰਦਾ ਰਿਹਾ, ਉਹ ਸਾਰੇ ਫਿਰ ਕੌੜੇ ਹੋ ਜਾਂਦੇ ਆ। ਖਿਨ ਮਹਿ ਕੌੜੇ ਹੋਏ ਗਏ। ਉਹ ਕਹਿੰਦੇ ਖਿਨ ਥੋੜ੍ਹੇ ਸਮੇਂ 'ਚ ਹੀ ਉਹ ਸਾਰੇ ਜਿਹੜੇ ਮਿੱਠੇ ਭੋਗ ਸੀ, ਮਿੱਠੇ ਰਸ ਸੀ, ਉਹ ਕੜਤਣ ਵਿੱਚ ਬਦਲ ਜਾਂਦੇ, ਕੌੜੇ ਹੋ ਜਾਂਦੇ ਹੈ, ਫਿੱਕੇ ਬੇਰਸ ਹੋ ਜਾਂਦੇ ਹਨ। ਜਿਤੜੇ ਮਾਇਆ ਭੋਗ, ਜਿੰਨੇ ਵੀ ਮਾਇਆ ਦੇ ਭੋਗ, ਸੁੱਖ, ਆਰਾਮ ਪਦਾਰਥ ਸੀ, ਉਹ ਸਾਰੇ ਕੌੜੇ ਫਿੱਕੇ ਹੋ ਜਾਂਦੇ ਆ। ਕਹਿੰਦੇ ਅਜਾਮਲ ਦਾ ਜਿਹੜਾ ਪਿਤਾ ਸੀ ਉਹ ਰਾਜਗੁਰੂ ਸੀ, ਆਪਣੇ ਪੁੱਤਰ ਨੂੰ ਉਹਨੇ ਬਹੁਤ ਪੜ੍ਹਾਇਆ, ਹਦਾਇਤ ਸੀ ਫਲਾਣੇ ਬਾਜ਼ਾਰ 'ਚ ਨਹੀਂ ਜਾਣਾ। ਪਿਤਾ ਗੁਜ਼ਰ ਗਏ, ਇਹਨੂੰ ਰਾਜਗੁਰੂ ਦੀ ਪਦਵੀ ਮਿਲ ਗਈ। ਕਹਿੰਦੇ ਪਿਤਾ ਜੀ ਰੋਕਦੇ ਸੀ, ਇਹ ਰਸਤਾ ਬੜਾ ਨੇੜੇ ਹੈ। ਉਸ ਰਸਤੇ ਵਿੱਚ ਬੇਸਵਾ ਦਾ ਕਟੜਾ ਸੀ, ਪਿਤਾ ਜੀ ਤਾਂ ਰੋਕਦੇ ਸੀ ਕਿ ਸੰਗਤ ਦਾ ਕਿਤੇ ਵੀ ਪ੍ਰਭਾਵ ਹੋ ਸਕਦਾ। ਇਹ ਹੁਣ ਲੰਘਣ ਲੱਗ ਪਿਆ ਬਸ, ਕਿਉਂਕਿ ਜੈਸੀ ਦ੍ਰਿਸ਼ਟੀ ਤੈਸੀ ਸ੍ਰਿਸ਼ਟੀ, ਜੈਸੀ ਸ੍ਰਿਸ਼ਟੀ ਤੈਸੀ ਦ੍ਰਿਸ਼ਟੀ। ਥੋੜ੍ਹੇ ਦਿਨ ਐਸਾ ਪ੍ਰਭਾਵ ਪਿਆ, ਪਹਿਲਾਂ ਚੋਰੀ, ਫਿਰ ਪ੍ਰਤੱਖ। ਰਾਜੇ ਕੋਲ ਸ਼ਿਕਾਇਤ ਹੋਈ, ਪਹਿਲਾਂ ਤੋਂ ਮੰਨਿਆ ਨਾ, ਵੀ ਚੁਗਲ ਕਈ ਵਾਰੀ ਝੂਠੀ ਚੁਗਲੀ ਵੀ ਕਰਦੇ। ਫਿਰ ਹੁਣ ਪੂਰੀ ਛਾਣਬੀਣ ਕੀਤੀ, ਪਤਾ ਲੱਗਿਆ ਕਿ ਆਪਣੇ ਕਰਮ ਤੋਂ ਇਹ ਡਿੱਗ ਚੁੱਕਿਆ। ਇਹਨੂੰ ਦੇਸ ਨਿਕਾਲਾ ਦੇ ਦਿੱਤਾ ਬੇਸਵਾ ਸਮੇਤ। ਫਿਰ ਸਾਧ ਸੰਯੋਗ ਜਿੰਨੇ ਸੁੱਖ ਆਰਾਮ ਰਾਜਸੀ ਸੀ, ਉਹ ਸਾਰੇ ਜਿਹੜੇ ਵਿਸ਼ੇ ਭੋਗ ਸਭ ਕੌੜੇ ਹੋ ਗਏ। ਹੁਣ ਵਿਚਾਰਾ ਬੜੇ ਦੁੱਖ ਦਾ ਜੀਵਨ ਬਤੀਤ ਕਰ ਰਿਹਾ। ਫਿਰ ਵੀ ਕੁਦਰਤੀ ਕਰਮ ਜਾਗਿਆ, ਕੋਈ ਮਹਾਤਮਾ ਆ ਗਿਆ, ਵਰਸ਼ਾ ਪੈਂਦੀ ਸੀ। ਇਹਦੀ ਕੁਟੀਆ ਥੋੜ੍ਹਾ ਜਿਹਾ ਠਹਿਰੇ, ਇਹਨੇ ਸੇਵਾ ਵਾਸਤੇ ਦਰਖਾਸਤ ਕੀਤੀ। ਮਹਾਂਪੁਰਖ ਕਹਿਣ ਲੱਗੇ ਤੇਰਾ ਕਰਮ ਕੀ ਹੈ? ਪਹਿਲਾ ਜੀਵਨ ਵੀ ਦੱਸਿਆ, ਕਿਉਂਕਿ ਵਿਦਵਾਨ ਸੀ, ਕੋਈ ਸੰਸਕਾਰ ਤਾਂ ਸੀ। ਮਹਾਂਪੁਰਖਾਂ ਨੂੰ ਬੇਨਤੀ, ਮਹਾਰਾਜ ਸਾਨੂੰ ਬਖਸ਼ੋ, ਗੁਨਾਹ ਬਖਸ਼ੋ, ਤੁਸੀਂ ਦਿਵ ਦ੍ਰਿਸ਼ਟੀ ਕਰੋ, ਦਇਆ ਦ੍ਰਿਸ਼ਟੀ ਕਰੋ। ਉਹਨੇ ਕਿਹਾ ਹੁਣ ਇਹ ਬਹੁਤ ਕੁਕਰਮਾਂ 'ਚ ਫਸਿਆ ਹੈ, ਇੱਕਦਮ ਤੇ ਸ਼ੁੱਧ ਉਪਦੇਸ਼ ਹੋਣਾ ਨਹੀਂ। ਕਹਿਣ ਲੱਗੇ ਤੇਰੇ ਹੁਣ ਇੱਕ ਲੜਕਾ ਹੋਏਗਾ, ਉਹਦਾ ਨਾਮ ਨਰੈਣ ਰੱਖੀ। ਮਤਲਬ ਛੋਟੇ ਬੱਚੇ ਨਾਲ ਮਾਂ ਪਿਓ ਦਾ ਪਿਆਰ ਹੁੰਦਾ। ਜਦੋਂ ਅੰਤ ਸਮਾਂ ਆਇਆ, ਇਸ ਤਰ੍ਹਾਂ ਹੋਇਆ, ਉਹ ਪੁੱਤਰ ਜੰਮਿਆ। ਨਰੈਣ ਬਾਜਾਂ ਮਾਰਦਾ। ਹਜ਼ੂਰ ਪਾਤਸ਼ਾਹ ਬਾਣੀ ਦੱਸਦੇ ਹੈ, ਪੁੱਤਰ ਹੇਤ ਨਾਰਾਇਣ ਕਹਿਓ, ਜਮ ਕੰਕਰ ਮਾਰ ਵਧਾਰੇ। ਇਸ ਢੰਗ ਨਾਲ ਇਸ ਦੀ ਗਤੀ ਹੋ ਗਈ। ਸੋ ਇਸ ਵਾਸਤੇ ਇਹ ਹੈ, ਪਾਤਸ਼ਾਹ ਦੱਸਦੇ ਹੈ ਵੀ ਉਹ ਖਿਨ ਵਿੱਚ ਹੀ ਉਹ ਜਿਹਨੇ ਦੁਨੀਆ ਦੇ ਰਸ ਸੀ ਉਹ ਕੌੜੇ ਹੋ ਜਾਂਦੇ ਆ। ਜਿਤੜੇ ਮਾਇਆ ਭੋਗ, ਜਿੰਨੇ ਵੀ ਮਾਇਆ ਦੇ ਇਹ ਭੋਗ ਹਨ, ਸੁੱਖ ਹਨ, ਆਰਾਮ ਹਨ, ਐਸ਼ ਵਰਜ ਹਨ, ਵਿੱਚ ਨਾ ਕੋਈ ਕਰ ਸਕੈ। ਜਦੋਂ ਫਿਰ ਇਹਨੂੰ ਆਪਣੇ ਕਰਮਾਂ ਦਾ ਫਲ ਭੋਗਣਾ ਪੈਂਦਾ, ਕੋਈ ਵਿਚੋਲਾ ਹੋ ਕੇ ਇਹਦੀ ਸਹਾਇਤਾ ਨਹੀਂ ਕਰ ਸਕਦਾ, ਕਿਉਂਕਿ ਆਪਣੇ ਸਰੀਰ ਦੇ ਰੋਗ, ਆਪਣੇ ਮਨ ਦੇ ਰੋਗ ਆਪੇ ਹੀ ਭੋਗਣੇ ਪੈਣੇ ਆ। ਇਹ ਤਾਂ ਖਬਰ ਲੈ ਲਊਗਾ, ਸੁਣਾ ਕੀ ਹਾਲ ਚੱਲਿਆ, ਦਵਾਈ ਬੂਟੀ ਦੀ ਵੀ ਸਹਾਇਤਾ ਕਰ ਦੂ, ਹੋਰ ਮਾਈ ਕੀ ਸਹਾਇਤਾ। ਪਰ ਜਿਹੜਾ ਰੋਗ ਹੈ ਉਹ ਜਿਹਦੇ ਸਰੀਰ 'ਤੇ ਹੈ, ਉਹ ਦੂਜਾ ਨਹੀਂ ਵੰਡਾ ਸਕਦਾ, ਇਹਨੂੰ ਆਪ ਭੋਗਣਾ ਪੈਂਦਾ ਹੈ। ਇਹ ਕਰ ਕਰੇ ਸਵੈ ਕਰ ਪਾਏ, ਕੋਈ ਨਾ ਪਕੜੀਏ ਕਿਸੇ ਗਾ ਥਾਏ। ਵਿੱਚ ਨਾ ਕੋਈ ਕਰ ਸਕੈ, ਇਹਦੇ ਵਿਚੋਲਾ ਹੋ ਕੇ ਕੋਈ ਵੀ ਇਹਦੇ ਰੋਗ ਦੀ ਨਿਵਰਤੀ ਦਾ, ਆਪਣੇ ਸਰੀਰ 'ਤੇ ਰੋਗ ਲੈ ਕੇ ਇਹਦੀ ਸਹਾਇਤਾ ਨਹੀਂ ਕਰ ਸਕਦਾ। ਇਹਨੂੰ ਆਪਣਾ ਰੋਗ ਆਪ ਹੀ ਭੋਗਣਾ ਪੈਂਦਾ ਹੈ।
ਕਿਸ ਥੈ ਰੋਵਹਿ ਰੋਜ। ਸੱਚੇ ਪਾਤਸ਼ਾਹ ਕਹਿੰਦੇ ਇਹ ਕਿਹਦੇ ਕੋਲ ਰੋਜ਼ ਮੈਨੂੰ ਰੋਜ਼ਾਨਾ ਜਾ ਕੇ ਆਪਣੇ ਰੋਂਦਾ ਫਿਰੇ, ਕੌਣ ਇਹਦੇ ਦੁੱਖ ਨੂੰ ਦੂਰ ਕਰੇਗਾ। ਉਹ ਸਿਆਣਿਆਂ ਨੂੰ ਪਤਾ ਹੁੰਦਾ ਕਈਆਂ ਨੂੰ ਕਿ ਪਹਿਲਾਂ ਮਾੜੇ ਕਰਮ ਕਰਦਾ ਰਿਹਾ, ਉਹ ਕਹਿੰਦੇ ਹੁਣ ਤੂੰ ਰੋਣਾ, ਹੁਣ ਤੈਨੂੰ ਹੀ ਭੋਗਣੇ ਪੈਣੇ, ਹੋਰ ਕੌਣ ਭੋਗੇਗਾ ਤੇਰੇ ਤੇ। ਉਹ ਵੀ ਇਸ ਤਰ੍ਹਾਂ ਦਾ ਕੋਰਾ ਜਵਾਬ ਦੇ ਦਿੰਦੇ ਹਨ। ਹੁਣ ਕਹਿੰਦੇ ਰੋਜ਼ ਰੋਣੇ ਨਾਲ ਕੀ ਹੋਵੇਗਾ, ਰੋਵ ਹੈ ਰੋਜ਼, ਜਿਹੜਾ ਰੋਜ਼ ਹਮੇਸ਼ਾ ਰੋ ਰਿਹਾ, ਰੋਜ਼ ਰੋ ਰਿਹਾ, ਤੇਰੀ ਕੌਣ ਸਹਾਇਤਾ ਕਰੇਗਾ, ਕੋਈ ਸਹਾਇਤਾ ਨਹੀਂ ਕਰ ਸਕਦਾ। ਕੀਤਾ ਕਿਛੂ ਨਾ ਹੋਵਈ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਿਰਪਾਲਤਾ ਕਰਦੇ ਹਨ। ਕਹਿੰਦੇ ਹਨ ਹੁਣ ਆਪਣਾ ਕੀਤਾ ਕੁਝ ਵੀ ਨਹੀਂ ਹੋ ਸਕਦਾ, ਕਿਉਂਕਿ ਹੁਣ ਉਹਨਾਂ ਰੋਗਾਂ ਤੋਂ ਛੁਟਕਾਰਾ ਪਾਉਣਾ ਵੀ ਔਖਾ। ਕਈ ਐਸੇ ਦੀਰਘ ਰੋਗ ਆ, ਉਹ ਹੱਡਾਂ ਦੇ ਨਾਲ ਹੀ ਜਾਂਦੇ ਆ। ਹਸਪਤਾਲਾਂ ਜਾ ਕੇ ਦੇਖੋ, ਘਰਾਂ 'ਚ ਦੇਖੋ, ਮੰਜਿਆਂ ਬੈੱਡਾਂ 'ਤੇ ਪਏ ਆ, ਅਧਰੰਗ ਹੋਏ ਆ, ਗਠੀਏ ਹੋਏ ਆ, ਉੱਤੇ ਹੀ ਕਿਰਿਆ ਹੁੰਦੀ ਹੈ। ਹਰ ਵੇਲੇ ਜੀਂਦੇ ਨਰਕ 'ਚ ਪੈ ਜਾਂਦੇ ਆ, ਗੰਦ 'ਚ ਪੈ ਜਾਂਦੇ ਆ। ਪਿੰਗਲਵਾੜਿਆਂ 'ਚ ਜਾ ਕੇ ਦੇਖੋ ਉਹਨਾਂ ਦੇ ਸਰੀਰ ਕੈਸੇ ਆ, ਅੰਗ ਪਤੰਗ ਕੈਸੇ ਹੈਗੇ ਆ। ਮਹਾਰਾਜ ਬਖਸ਼ੇ ਲਵੇ, ਇਹ ਮਾੜੇ ਕੰਮਾਂ ਤੋਂ ਬਚਾਵੇ, ਇਹੋ ਜਿਹਾ ਫਲ ਕਿਸੇ ਜੀਵ ਨੂੰ ਨਾ ਭੋਗਣਾ ਪਏ। ਸਭ ਦਾ ਭਲਾ ਕਰੇ ਸੱਚੇ ਪਾਤਸ਼ਾਹ, ਦਇਆ ਦ੍ਰਿਸ਼ਟੀ ਕਰੇ। ਇਸ ਕਰਕੇ ਕਹਿੰਦੇ ਫਿਰ ਹੁਣ ਜਿਹੜੇ ਹੱਥਾਂ ਤੋਂ ਡੁੱਡੇ ਆ, ਪਿੰਗਲੇ ਆ, ਆਪਣੇ ਆਪ ਖਾ ਨਹੀਂ ਸਕਦੇ, ਪੀ ਨਹੀਂ ਸਕਦੇ, ਪਹਿਨ ਨਹੀਂ ਸਕਦੇ, ਅਤੇ ਕਹਿੰਦੇ ਫਿਰ ਆਪਣਾ ਕੀਤਾ ਕੁਛ ਵੀ ਨਹੀਂ ਹੁੰਦਾ, ਬੱਸ ਵੀ ਨਹੀਂ ਕੋਈ ਚੱਲਦਾ, ਪਰਵਸ ਹੋ ਜਾਂਦੇ ਆ। ਇਸ ਵਾਸਤੇ ਤਾਂ ਹੀ ਮਹਾਰਾਜ ਕਹਿੰਦੇ ਕਰਤ ਵਕਾਰ ਦੋ ਕਰ ਝਾਰਤ, ਰਾਮ ਰਤਨ ਰੇ ਤਿਲ ਨਹੀਂ ਧਾਰਤ, ਪਰਨ ਪੋਖਣ ਸੰਗ ਔਧ ਬਿਹਾਣੀ, ਜੈ ਜਗਦੀਸ਼ ਕੀ ਗਤ ਨਹੀਂ ਜਾਣੀ। ਸੋ ਇਸ ਵਾਸਤੇ ਤੇ ਤੂੰ ਭਾਈ ਥੋੜ੍ਹੇ ਟਾਈਮ ਲਈ ਫੋਨ ਬੰਦ ਕਰ ਦੇ। ਸੋ ਇਸ ਵਾਸਤੇ ਹਜ਼ੂਰ ਪਾਤਸ਼ਾਹ ਕਹਿੰਦੇ ਹਨ ਕੀਤਾ ਕਿਛੂ ਨਾ ਹੋਵਈ। ਫੇਰ ਹੁਣ ਇਹਦਾ ਆਪਣਾ ਕੀਤਾ ਕੁਝ ਨਹੀਂ ਹੁੰਦਾ, ਪਰਾਏ ਵੱਸ ਪੈ ਗਿਆ, ਅਧਰੰਗ ਹੋਇਆ, ਗਠੀਆ ਹੋਇਆ, ਜਾਂ ਡੁੱਡਾ ਪਿੰਗਲਾ ਬਣ ਗਿਆ, ਪਰਾਏ ਵੱਸ ਹੋ ਗਿਆ। ਭਾਵੇਂ ਉਹਨਾਂ ਵਾਸਤੇ ਸਰਕਾਰਾਂ ਨੇ ਜਾਂ ਕਈ ਜਿਹੜੇ ਦਇਆਵਾਨ ਪੁਰਖ ਆ ਉਹਨਾਂ ਨੇ ਯਤੀਮਖਾਨੇ, ਪਿੰਗਲਵਾੜੇ ਜਾਂ ਨੇਤਰਹੀਣ ਵਿਦਿਆਲੇ ਖੋਲ੍ਹੇ ਹੈ, ਪਰ ਫਿਰ ਵੀ ਜਿਨ੍ਹਾਂ ਗੱਲਾਂ ਤੋਂ ਮਜਬੂਰੀ ਹੈ, ਬੇਵੱਸ਼ ਹੈ, ਮਹਾਰਾਜ ਸੱਚੇ ਪਾਤਸ਼ਾਹ ਬਖਸ਼ੇ। ਕੀਤਾ ਕਿਛੂ ਨਾ ਹੋਵੇ। ਹੁਣ ਆਪਣਾ ਕੀਤਾ ਪਾਤਸ਼ਾਹ ਕਹਿੰਦੇ ਕੁਝ ਨਹੀਂ ਹੁੰਦਾ। ਲਿਖਿਆ ਧੁਰ ਸੰਜੋਗ, ਧੁਰੋਂ ਜਿਹੜਾ ਇਹ ਕਰਮ ਲਿਖਾ ਕੇ ਆਏ ਹੈ, ਉਹ ਇਹਦਾ ਕੀਤਾ ਇਹਨੂੰ ਮਿਲ ਜਾਂਦਾ ਹੈ। ਆਪਣੇ ਕੀਤੇ ਦਾ ਫਲ ਭੋਗਣਾ ਪੈਂਦਾ ਹੈ। ਧੁਰੋਂ ਜਿਹੜਾ ਸੰਜੋਗੀ ਇਹਨਾਂ ਦਾ ਕਰਮ ਲਿਖਿਆ ਹੋਇਆ ਉਹਦਾ ਫਲ ਭੋਗ ਰਹੇ। ਕਹਿੰਦੇ ਫਿਰ ਮਹਾਰਾਜ ਕਿਰਪਾ ਹੋ ਵੀ ਸਕਦੀ ਹੈ। ਕਹਿੰਦੇ ਹਾਂ, ਜੇ ਮਹਾਰਾਜ ਮਿਹਰ ਕਰਨ, ਵਡ ਭਾਗੀ ਮੇਰਾ ਪ੍ਰਭ ਮਿਲੈ, ਤਾਂ ਉਤਰਹਿ ਸਭ ਵਿਯੋਗ। ਵੱਡਿਆਂ ਭਾਗਾਂ ਨਾਲ ਮੇਰਾ ਪ੍ਰਭੂ ਮਿਲ ਜਾਏ। ਜਿਵੇਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮੁਜ਼ੱਫਰਾਬਾਦ ਦੇ ਇਲਾਕੇ ਦੀਪਾਲਪੁਰ ਗਏ, ਉੱਥੇ ਕੋਹੜੀ ਸੀ। ਪਾਤਸ਼ਾਹ ਜੀ ਨੇ ਮਰਦਾਨਾ ਜੀ ਨੂੰ ਕਿਹਾ ਰਬਾਬ ਵਜਾਓ। ਇਹ ਸ਼ਬਦ ਪੜ੍ਹਿਆ, ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਬਿਸਰ ਜਾਏ, ਜਿਉਂ ਰੋਗੀ ਜਿਉਂ ਪੱਕਾ ਰੋਗੀ ਬਲਾਏ। ਜਿਨ ਕੰਨ ਕੀਤੇ ਅੱਖੀ ਨਾਗ, ਜਿਨ ਜਿਹਵਾ ਦਿੱਤੀ ਬੋਲੇ ਤਾਤ, ਜਿਨ ਮਨ ਰਾਖਿਆ ਅਗਨੀ ਪਾਏ, ਵਾਜੈ ਪਵਨ ਆਖਿਆ ਸਭ ਜਾਏ। ਇਹ ਸ਼ਬਦ ਦਾ ਕੀਰਤਨ ਹੋਇਆ, ਉਹਦਾ ਸਰੀਰ ਕੰਚਨ ਵਰਗਾ ਦੇਵਦੇਹੀ ਹੋ ਗਈ। ਵੱਡਿਆਂ ਭਾਗਾਂ ਨਾਲ ਪੂਰਾ ਗੁਰੂ ਮਿਲ ਜਾਏ ਤਾਂ ਉਤਰ ਹੈ ਸਭ ਵਿਯੋਗ। ਫਿਰ ਪਾਤਸ਼ਾਹ ਕਹਿੰਦੇ ਸਾਰੇ ਵਿਛੋੜੇ ਦੁੱਖ ਦੂਰ ਹੋ ਜਾਂਦੇ ਆ। ਜਿਹੜਾ ਕੋਹੜੀ ਆ ਉਹਨੂੰ ਮਾਪੇ ਵੀ ਨਹੀਂ ਚੱਲਦੇ, ਉਹਨੂੰ ਉਜਾੜ 'ਚ ਛੱਡੇ ਆਉਂਦੇ ਆ, ਉਹ 'ਤੇ ਕੋਈ ਤਰਸ ਨਹੀਂ ਕਰਦਾ। ਪਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਉਹਨਾਂ 'ਤੇ ਵੀ ਰਹਿਮਤ ਕਰਕੇ ਉਹਨਾਂ ਦੇ ਵੀ ਰੋਗਾਂ ਦੀ ਨਿਵਰਤੀ ਕੀਤੀ ਹੈ। ਇਸ ਵਾਸਤੇ ਵਿਛੋੜੇ ਦੇ ਦੁੱਖ ਦੂਰ ਹੋ ਜਾਂਦੇ। ਫਿਰ ਮਾਂ ਪਿਓ ਵੀ ਉਹਨਾਂ ਨੂੰ ਗਲ ਲਾ ਲੈਂਦੇ ਆ। ਵਿਯੋਗ ਖੁੱਲ੍ਹੇ ਮੂਲਾ ਓੜਾ ਵਿਯੋਗ, ਸਾਰੇ ਵਿਛੋੜੇ ਦੁੱਖ ਉਤਰ ਜਾਂਦੇ ਹਨ। ਨਾਨਕੋ ਪ੍ਰਭ ਰਾਖ ਲੇਹੇ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਹਨ, ਇਹ ਗੁਰਮੁਖੋ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰੋ, ਇਹ ਗੁਰੂ ਨਾਨਕ ਦੇਵ ਜੀ ਆਪ ਕਿਰਪਾ ਕਰਕੇ ਤਰਾਹੇ ਤਰਾਹੇ ਤੁਹਾਡੀ ਸ਼ਰਨ ਹਾਂ, ਸਾਡੀ ਲਾਜ ਰੱਖ ਲੈਣਾ ਕਰੋ। ਮੇਰੇ ਸਾਹਿਬ ਬੰਦੀ ਮੋਚ, ਹੇ ਮੇਰੇ ਸਾਹਿਬ ਤੁਸੀਂ ਬੰਦੀ ਛੋੜਿਆ। ਬੰਦੀ ਮੈਨੇ ਬੰਧਨ ਨੂੰ, ਕੈਦ ਨੂੰ, ਮੋਚ ਮੈਨੇ ਕੱਟਣ ਵਾਲੇ। 84 ਲੱਖ ਜੂਨਾਂ ਦੀ ਕੈਦ 'ਚ ਫਸੇ ਆ। ਅਥਵਾ ਦੁਨੀਆ 'ਤੇ ਵੀ ਕੋਈ ਮਾੜਾ ਕਰਮ ਹੁੰਦਾ,
ਕੈਦ ਵਿੱਚ ਚਲ ਜਾਂਦੇ ਆ। ਜੇ ਉਹਦੀ ਸ਼ਰਨ ਲੈ ਲਈਏ, ਸੱਚੇ ਪਾਤਸ਼ਾਹ ਕਹਿੰਦੇ ਉਹ ਸਾਰੇ ਬੰਦੀਆਂ ਨੂੰ ਮੋਚ ਮੈਨੇ ਕੱਟਣ ਵਾਲੇ ਹਨ। ਕਤਕ ਹੋਵੈ ਸਾਧ ਸੰਗ, ਬਿਨ ਸਹਿ ਸਭੇ ਸੋਚ। ਹਜ਼ੂਰ ਪਾਤਸ਼ਾਹ ਮਹੀਨੇ ਦੀ ਵਿਚਾਰਧਾਰਾ ਦੱਸਦੇ ਹੋਏ ਕਹਿ ਰਹੇ ਆ, ਕੱਤਕ ਦੇ ਮਹੀਨੇ ਦੁਆਰਾ ਉਪਦੇਸ਼ ਦੇ ਰਹੇ। ਜੇ ਗੁਰਮੁਖ ਪਿਆਰਿਓ ਪਵਿੱਤਰ ਸਾਧੂਆਂ ਦੀ ਸੰਗਤ ਮਿਲ ਜਾਵੇ, ਕੋਈ ਭਾਗ ਕਰਮ ਕੋਈ ਉਦੇ ਹੋ ਜਾਏ, ਉਹਨਾਂ ਦੀ ਸੰਗਤ ਕਰਕੇ ਜਦੋਂ ਅਸੀਂ ਸੇਵਾ ਕਰਦੇ ਹਾਂ, ਸਿਮਰਨ ਕਰਦੇ ਹਾਂ, ਵਿਚਾਰ ਸੁਣਦੇ ਹਾਂ, ਚੰਗੇ ਸੰਸਕਾਰ ਪੈਦਾ ਹੁੰਦੇ ਆ, ਫਿਰ ਚੰਗੇ ਪਾਸੇ ਤੁਰਦੇ ਹਾਂ। ਪਾਤਸ਼ਾਹ ਕਹਿੰਦੇ ਬਿਨ ਸਹਿ ਸਭੇ ਸੋਚ। ਫਿਰ ਜਿੰਨੀਆਂ ਵੀ ਸੋਚ ਚਿੰਤਾ ਹਨ, ਉਹ ਸਾਰੀਆਂ ਸੋਚਾਂ ਮਿਟ ਜਾਂਦੀਆਂ। ਕਿੱਥੋਂ ਖਾਵਾਂਗੇ, ਪਹਿਨਾਂਗੇ, ਕਿਵੇਂ ਕਰਾਂਗੇ। ਉਹ ਮਹਾਰਾਜ ਦੀ ਕਿਰਪਾ ਨਾਲ ਜਦੋਂ ਵਿਕਾਰਾਂ ਤੋਂ ਹਟ ਜਾਂਦਾ, ਜਾਇਜ਼ ਖਰਚੇ ਵੀ ਬੰਦ ਹੋ ਜਾਂਦੇ ਆ। ਉਹ ਜਿਹੜੇ ਨਸ਼ਿਆਂ ਦੇ ਵਿਸ਼ਿਆਂ ਦੇ ਸੀ, ਫੈਸ਼ਨਾਂ ਦੇ ਸੀ, ਦਾਜ ਦਹੇਜਾਂ ਦੇ ਸੀ, ਹੋਰ ਮਰਨਿਆਂ ਧਰਨਿਆਂ 'ਤੇ ਨਜਾਇਜ਼ ਖਰਚੇ ਕਰਦਾ ਸੀ, ਗੁਰਮਤ ਮਰਜ਼ਾਦਾ ਵੀ ਚੱਲ ਪੈਂਦਾ। ਫਿਰ ਮਾਇਆ ਵੀ ਨਹੀਂ ਮੁੱਕਦੀ, ਦੁਨਿਆਵੀ ਸੁੱਖ ਵੀ ਮਿਲਦੇ ਆ। ਜਿਹੜੇ ਸਤਸੰਗ ਕਰਦਾ, ਬਾਣੀ ਪੜ੍ਹਦਾ, ਨਾਮ ਜਪਦਾ, ਸੇਵਾ ਕਰਦਾ, ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਹਿ ਬੈਸਣ ਪਾਈਏ, ਫਿਰ ਪਰਮਾਰਥੀ ਸੁੱਖ ਵੀ ਮਿਲ ਜਾਂਦੇ ਹਨ। ਇਹ ਸਾਧ ਸੰਗਤ ਜੀ ਕੱਤਕ ਦੇ ਮਹੀਨੇ ਦੀ ਵਿਚਾਰ ਆਪ ਸਾਰਿਆਂ ਨੇ ਸਰਵਣ ਕੀਤੀ ਹੈ। ਜਿਹੜੇ ਮਾਈ ਭਾਈ ਇਹਨਾਂ ਵਿਚਾਰਾਂ ਨੂੰ ਹਿਰਦੇ 'ਚ ਗ੍ਰਹਿਣ ਕਰਨਗੇ, ਗੁਰੂ ਮਹਾਰਾਜ ਕਿਰਪਾ ਕਰਨਗੇ। ਪੁਰਾਣੇ ਜ਼ਮਾਨੇ 'ਚ ਕੱਤੇ ਦੇ ਮਹੀਨੇ ਕੋਈ ਮੱਝ ਸੂਪ ਹੈ ਅਤੇ ਬੱਚਾ ਜਨਮ ਲੈ ਮਾੜਾ ਸਮਝਦਾ ਸੀ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕੱਤਕ ਦੀ ਪੂਰਨਮਾਸ਼ੀ ਵਾਲੇ ਅਵਤਾਰ ਧਾਰਨ ਕਰਕੇ ਲੋਕਾਂ ਦੇ ਭੁਲੇਖੇ ਦੂਰ ਕੀਤੇ ਹੈ। ਮਹੀਨੇ ਜਾਂ ਦਿਨ ਵਾਰ ਦੇ ਜਨਮ ਹੋਣਾ ਕੋਈ ਮਾੜਾ ਨਹੀਂ। ਬੰਦੇ ਦੇ ਮਾੜੇ ਕਰਮ ਉਹਨਾਂ ਨਾਲ ਮਾੜਾ ਹੈ, ਚੰਗੇ ਕਰੀਏ ਕੋਈ ਫਰਕ ਨਹੀਂ ਪੈਂਦਾ ਹੈ। ਔਰ ਇਸ ਪ੍ਰਕਾਰ ਸੱਚੇ ਪਾਤਸ਼ਾਹ ਕਿਰਪਾ ਕੀਤੀ। ਔਰ ਜਿਵੇਂ ਕੱਤਕ ਦੀ ਪੂਰਨਮਾਸ਼ੀ ਨੂੰ ਸਮੁੰਦਰ ਜਵਾਰ ਭਾਟਾ ਆਉਂਦਾ, ਇਸ ਤਰ੍ਹਾਂ ਸੰਸਾਰ ਸਮੁੰਦਰ ਦੇ ਵਿੱਚ ਜੋ ਬੁਰਾਈ ਸੀ ਇਹਨੂੰ ਦੂਰ ਕਰਨ ਵਾਸਤੇ ਸਤਿਗੁਰ ਨਾਨਕ ਪ੍ਰਗਟਿਆ। ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਸਿੰਘ ਬੁਕੇ ਮਿਰਗਾਵਲੀ ਪੰਨੀ ਜਾਏ ਨਾ ਧੀਰ ਤਰਵਾ, ਜਿੱਥੈ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ। ਸਿਧ ਆਸਣ ਸਭ ਜਗ ਦੇ ਨਾਨਕ ਆਦਮਤੇ ਜੇ ਕੋਆ। ਘਰ ਘਰ ਅੰਦਰ ਧਰਮਸਾਲ ਹੋਵੈ ਕੀਰਤਨ ਸਦਾ ਵਸੋਆ। ਬਾਬੇ ਤਾਰੇ ਚਾਰ ਚੱਕ ਨੌ ਖੰਡ ਪਿਰਥਵੀ ਸੱਚਾ ਢੋਆ। ਇਹ ਸਤਿਗੁਰੂ ਨੇ ਕਿਰਪਾ ਕੀਤੀ ਹੈ। ਉਹਨਾਂ ਦੀ ਬਾਣੀ ਦਾ ਉਪਦੇਸ਼ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਉਸੇ ਸਿਧਾਂਤ ਦਾ ਵਰਣਨ ਕਰਦੇ ਹੈ। ਜਿਹੜੇ ਮਾਈ ਭਾਈ ਇਹਨਾਂ ਉਪਦੇਸ਼ਾਂ ਨੂੰ ਗ੍ਰਹਿਣ ਕਰਨਗੇ, ਹਮੇਸ਼ਾ ਮੌਤ ਨੂੰ ਚੇਤੇ ਰੱਖਣਾ, ਪਰਮਾਤਮਾ ਨੂੰ ਚੇਤੇ ਰੱਖਣਾ, ਉਹ ਬੁਰਾਈ ਤੋਂ ਬਚ ਜਾਂਦੇ ਆ। ਫਿਰ ਉਹ ਆਪਣੇ ਕਰਮਾਂ ਦਾ ਫਲ ਭੋਗਦੇ ਆ ਅਤੇ ਕਿਸੇ ਨੂੰ ਅਲਾਮਾ ਨਹੀਂ ਦਿੰਦੇ। ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਜੇ ਮਹਾਂਪੁਰਖਾਂ ਦੀ ਸੰਗਤ ਮਿਲ ਜਾਏ, ਸਾਰੀਆਂ ਸੋਚਾਂ ਚਿੰਤਾ ਦੂਰ ਹੋ ਜਾਂਦੀਆਂ ਹਨ। ਜਿਹੜੇ ਮਾਈ ਭਾਈ ਇਹਨਾਂ ਵਿਚਾਰਾਂ ਨੂੰ ਧਾਰਨ ਕਰਨਗੇ, ਉਹਨਾਂ ਦਾ ਲੋਕ ਪਰਲੋਕ ਸੁਖੀ ਔਰ ਸਹਿਲਾ ਹੋਵੇਗਾ। ਅਤੇ ਸੱਚੇ ਪਾਤਸ਼ਾਹ ਕਿਰਪਾ ਕਰਨ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ, ਜਗਤ ਮਾਤਾ ਸੁਲੱਖਣੀ ਜੀ, ਬੇਬੇ ਨਾਨਕੀ ਜੀ, ਸਭ ਨੂੰ ਨਾਮਦਾਨ, ਸਿੱਖੀ ਦਾਨ, ਭਰੋਸਾ, ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨ। ਖਾਲਸਾ ਪੰਥ ਦੀ ਚੜ੍ਹਦੀ ਕਲਾ, ਏਕਤਾ ਇਤਫਾਕ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।